ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਾਹਿਤ ਸੰਸਾਰ ਦੇ ਵਿੱਚ। ਭਾਸ਼ਾ ਵਿਗਿਆਨ ਦੀ ਇਸ ਲੜੀ ਦੇ ਵਿੱਚ ਅੱਜ ਅਸੀਂ ਬਹੁਤ ਹੀ ਮਹੱਤਵਪੂਰਨ ਵਿਸ਼ੇ ਧੁਨੀ ਵਿਗਿਆਨ ਬਾਰੇ ਚਰਚਾ ਕਰਾਂਗੇ। ਦੋਸਤੋ, ਧੁਨੀ ਪ੍ਰਬੰਧ ਦਾ ਅਧਿਐਨ ਦੋ ਪੱਖਾਂ ਤੋਂ ਕੀਤਾ ਜਾਂਦਾ ਹੈ। ਇੱਕ ਧੁਨੀਆਂ ਦਾ ਬੰਤਰੀ ਜਾਂ ਉਚਾਰਨੀ ਪੱਖ ਹੈ ਅਤੇ ਦੂਸਰਾ ਧੁਨੀਆਂ ਦੀ ਵਰਤੋਂ ਅਤੇ ਇਹਨਾਂ ਦੀ ਵਿਉਂਤਪਤੀ ਹੈ। ਦੋਸਤੋ, ਸੰਚਾਰ ਅਧਿਐਨ ਦੇ ਪਹਿਲੇ ਪੱਖ ਵਿੱਚ ਧੁਨੀ ਉਚਾਰਨ, ਧੁਨੀ ਸੰਚਾਰ ਅਤੇ ਧੁਨੀ ਸੁਣਨ ਪ੍ਰਕਿਰਿਆ ਦਾ ਜ਼ਿਕਰ ਹੁੰਦਾ ਹੈ। ਧੁਨੀ ਅਧਿਐਨ ਦੇ ਇਸੇ ਪੱਖ ਨੂੰ ਹੀ ਧੁਨੀ ਵਿਗਿਆਨ ਕਿਹਾ ਜਾਂਦਾ ਹੈ। ਧੁਨੀ ਵਿਗਿਆਨ ਧੁਨੀਆਂ ਦਾ ਵਿਗਿਆਨਕ ਅਧਿਐਨ ਹੈ। ਵਿਗਿਆਨਕ ਅਧਿਐਨ ਦਾ ਭਾਵ ਹੈ ਕਿ ਇਸ ਵਿੱਚ ਧੁਨੀਆਂ ਦੀ ਉਚਾਰਨ ਪ੍ਰਕਿਰਿਆ ਤੋਂ ਲੈ ਕੇ ਧੁਨੀ ਸ਼੍ਰਵਣ ਪ੍ਰਕਿਰਿਆ ਤੱਕ ਦਾ ਅਧਿਐਨ ਕੀਤਾ ਜਾਂਦਾ ਹੈ। ਦੋਸਤੋ, ਇਸ ਤੋਂ ਭਾਵ ਹੈ ਕਿ ਧੁਨੀ ਵਿਗਿਆਨ ਇੱਕ ਅਜਿਹਾ ਅਧਿਐਨ ਹੈ ਜਿਸ ਦੇ ਵਿੱਚ ਧੁਨੀਆਂ ਦੀ ਉਤਪੱਤੀ ਤੋਂ ਲੈ ਕੇ ਸਾਡੇ ਕੰਨਾਂ ਤੱਕ ਪਹੁੰਚਣ ਤੱਕ ਦੀ ਜੋ ਪੂਰੀ ਪ੍ਰਕਿਰਿਆ ਹੈ ਉਸ ਦਾ ਅਧਿਐਨ ਹੈ, ਉਹ ਧੁਨੀ ਵਿਗਿਆਨ ਦੇ ਖੇਤਰ ਵਿੱਚ ਆਉਂਦਾ ਹੈ। ਦੋਸਤੋ, ਧੁਨੀ ਵਿਗਿਆਨ ਦੇ ਪ੍ਰਕਾਰ ਦੀ ਜੇਕਰ ਗੱਲ ਕਰੀਏ ਤਾਂ ਇਸ ਸੰਬੰਧੀ ਪ੍ਰਸ਼ਨ ਬਣ ਜਾਂਦਾ ਹੈ ਕਿ ਧੁਨੀ ਵਿਗਿਆਨ ਦੇ ਕਿੰਨੇ ਪ੍ਰਕਾਰ ਹਨ ਜਾਂ ਉਸ ਦੀਆਂ ਕਿੰਨੀਆਂ ਸ਼ਾਖਾਵਾਂ ਹਨ। ਤਾਂ ਇਸ ਦਾ ਉੱਤਰ ਆਵੇਗਾ 3। ਇਹਨਾਂ ਦੇ ਵਿੱਚੋਂ ਹੈ ਉਚਾਰਨੀ ਧੁਨੀ ਵਿਗਿਆਨ, ਸੰਚਾਰਨੀ ਧੁਨੀ ਵਿਗਿਆਨ ਅਤੇ ਸ਼੍ਰਵਣੀ ਧੁਨੀ ਵਿਗਿਆਨ। ਦੋਸਤੋ, ਸੰਚਾਰਨੀ ਧੁਨੀ ਵਿਗਿਆਨ ਦੇ ਵਿੱਚ ਇਹ ਹੁੰਦਾ ਹੈ ਕਿ ਸਾਡੇ ਮੂੰਹ ਦੇ ਵਿੱਚੋਂ ਨਿਕਲੀ ਹੋਈ ਧੁਨੀ ਕਿਸ ਸੰਚਾਰ ਮਾਧਿਅਮ ਰਾਹੀਂ ਸਰੋਤੇ ਤੱਕ ਪਹੁੰਚਦੀ ਹੈ, ਅਤੇ ਸ਼੍ਰਵਣੀ ਧੁਨੀ ਵਿਗਿਆਨ ਦੇ ਵਿੱਚ ਸਾਡੇ ਕੰਨਾਂ ਦੇ ਪਰਦਿਆਂ ਤੋਂ ਲੈ ਕੇ ਸਾਡੇ ਕੰਨਾਂ ਦੇ ਪਰਦੇ ਤੇ ਜਦੋਂ ਧੁਨੀ ਪੈਂਦੀ ਹੈ ਔਰ ਉਸ ਤੋਂ ਬਾਅਦ ਸਾਨੂੰ ਉਸ ਦੀ ਆਵਾਜ਼ ਕਿਵੇਂ ਸੁਣਦੀ ਹੈ, ਉਸ ਦੇ ਵਿੱਚ ਸ਼੍ਰਵਣੀ ਧੁਨੀ ਵਿਗਿਆਨ ਦਾ ਅਧਿਐਨ ਕੀਤਾ ਜਾਂਦਾ ਹੈ। ਦੋਸਤੋ, ਸੰਚਾਰਨੀ ਤੇ ਸ਼੍ਰਵਣੀ ਧੁਨੀ ਵਿਗਿਆਨ ਇਹ ਬਹੁਤ ਹੀ ਸੂਖਮ ਯੰਤਰਾਂ ਦੀ ਸਹਾਇਤਾ ਨਾਲ ਇਹਨਾਂ ਨੂੰ ਪਕੜਿਆ ਜਾ ਸਕਦਾ ਹੈ। ਇਸ ਲਈ ਅਸੀਂ ਇੱਥੇ ਆਪਣੇ ਪਹਿਲੇ ਭਾਗ ਉਚਾਰਨੀ ਧੁਨੀ ਵਿਗਿਆਨ ਬਾਰੇ ਹੀ ਚਰਚਾ ਕਰਾਂਗੇ। ਦੋਸਤੋ, ਉਚਾਰਨੀ ਧੁਨੀ ਵਿਗਿਆਨ ਵਿੱਚ ਫੇਫੜਿਆਂ ਤੋਂ ਲੈ ਕੇ ਬੁੱਲ੍ਹਾਂ ਦਰਮਿਆਨ ਦੀ ਉਚਾਰਨ ਪ੍ਰਕਿਰਿਆ ਦਾ ਅਧਿਐਨ ਕੀਤਾ ਜਾਂਦਾ ਹੈ। ਅਰਥਾਤ ਉਚਾਰਨੀ ਧੁਨੀ ਵਿਗਿਆਨ ਵਿੱਚ ਫੇਫੜਿਆਂ ਤੋਂ ਬੁੱਲ੍ਹਾਂ ਤੱਕ ਦਾ ਸਫ਼ਰ ਤੈਅ ਹੁੰਦਾ ਹੈ। ਫੇਫੜਿਆਂ ਚੋਂ ਬਾਹਰ ਆਉਂਦੀ ਵਾਯੂ ਧਾਰਾ ਮੂੰਹ ਪੋਲ ਵਿੱਚ ਰੁਕ ਕੇ ਕਿਵੇਂ ਧੁਨੀਆਂ ਪੈਦਾ ਕਰਦੀ ਹੈ, ਇਹ ਖੇਤਰ ਉਚਾਰਨੀ ਧੁਨੀ ਵਿਗਿਆਨ ਦਾ ਹੈ। ਉਚਾਰਨੀ ਧੁਨੀ ਵਿਗਿਆਨ ਵਿੱਚ ਧੁਨੀ ਉਚਾਰਨ ਸਥਾਨ, ਉਚਾਰਨ ਲਹਿਜ਼ਾ, ਉਚਾਰਨ ਅੰਗ ਅਤੇ ਪੌਣ ਧਾਰਾ ਵਿਧੀਆਂ ਦਾ ਅਧਿਐਨ ਕੀਤਾ ਜਾਂਦਾ ਹੈ। ਦੋਸਤੋ, ਉਚਾਰਨ ਅਮਲ ਅਤੇ ਉਚਾਰਨ ਪ੍ਰਕਿਰਿਆ ਧੁਨੀ ਵਿਗਿਆਨ ਧੁਨੀਆਂ ਦਾ ਵਿਗਿਆਨਕ ਅਧਿਐਨ ਹੈ, ਜਿਸ ਬਾਰੇ ਅਸੀਂ ਉਪਰੋਕਤ ਵੀ ਚਰਚਾ ਕੀਤੀ ਹੈ। ਇਸ ਵਿੱਚ ਧੁਨੀਆਂ ਨੂੰ ਉਚਾਰਨ, ਸੰਚਾਰਨ ਅਤੇ ਸ਼੍ਰਵਣ ਪ੍ਰਕਿਰਿਆ ਦੀ ਦ੍ਰਿਸ਼ਟੀ ਤੋਂ ਦੇਖਿਆ ਜਾਂਦਾ ਹੈ। ਧੁਨੀ ਉਚਾਰਨ ਨਾਲ ਸੰਬੰਧਿਤ ਸ਼ਾਖਾ ਵਿੱਚ ਧੁਨੀ ਸਰੋਤ ਤੋਂ ਲੈ ਕੇ ਧੁਨੀ ਉਚਾਰਨ ਤੱਕ ਦਾ ਅਧਿਐਨ ਹੁੰਦਾ ਹੈ। ਧੁਨੀ ਉਚਾਰਨ ਪ੍ਰਕਿਰਿਆ ਵਿੱਚ ਫੇਫੜਿਆਂ ਤੋਂ ਲੈ ਕੇ ਬੁੱਲ੍ਹਾਂ ਤੱਕ ਵਾਪਰਦੀ ਉਚਾਰਨ ਪ੍ਰਕਿਰਿਆ ਦਾ ਅਧਿਐਨ ਹੁੰਦਾ ਹੈ। ਇਸ ਅਧਿਐਨ ਜਾਂ ਉਚਾਰਨ ਪ੍ਰਣਾਲੀ ਨੂੰ ਧੁਨੀ ਵਿਗਿਆਨ ਦਾ ਨਾਮ ਦਿੱਤਾ ਜਾਂਦਾ ਹੈ। ਦੋਸਤੋ, ਧੁਨੀ ਵਿਗਿਆਨ ਵਿੱਚ ਉਚਾਰਨ ਪ੍ਰਕਿਰਿਆ ਅਤੇ ਉਚਾਰਨ ਅਮਲ ਨੂੰ ਮੁੱਖ ਰੂਪ ਵਿੱਚ ਅਸੀਂ 3 ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਪਹਿਲਾ ਸਾਹ ਪ੍ਰਣਾਲੀ, ਦੂਸਰਾ ਧੁਨੀ ਪ੍ਰਣਾਲੀ ਅਤੇ ਤੀਸਰਾ ਉਚਾਰਨ ਪ੍ਰਣਾਲੀ ਹੈ। ਆਓ ਹੁਣ ਇਹਨਾਂ ਦੀ ਪੂਰੀ ਡਿਟੇਲ ਬਾਰੇ ਚਰਚਾ ਕਰਦੇ ਹਾਂ। ਦੋਸਤੋ, ਸਾਹ ਪ੍ਰਣਾਲੀ ਦੇ ਵਿੱਚ ਮੁੱਖ ਰੂਪ ਵਿੱਚ ਫੇਫੜੇ, ਛਾਤੀ ਦੇ ਪੱਠੇ ਅਤੇ ਸਾਹ ਨਲੀ ਕਾਰਜਸ਼ੀਲ ਹੁੰਦੀ ਹੈ। ਫੇਫੜਿਆਂ ਦਾ ਮੁੱਖ ਕਾਰਜ ਛਾਤੀ ਦੇ ਪੱਠਿਆਂ ਨੂੰ ਹਰਕਤ ਵਿੱਚ ਲਿਆ ਕੇ ਵਾਯੂ ਧਾਰਾ ਨੂੰ ਉਤਪੰਨ ਕਰਨਾ ਹੁੰਦਾ ਹੈ। ਫੇਫੜਿਆਂ ਦੁਆਰਾ ਉਤਪੰਨ ਕੀਤੀ ਵਾਯੂ ਧਾਰਾ ਜਦੋਂ ਭਾਸ਼ਾਈ ਧੁਨੀਆਂ ਦੇ ਉਚਾਰਨ ਲਈ ਵਰਤੀ ਜਾਂਦੀ ਹੈ ਤਾਂ ਇਸ ਨੂੰ ਪੌਣ ਧਾਰਾ ਕਿਹਾ ਜਾਂਦਾ ਹੈ। ਦੋਸਤੋ, ਪੌਣ ਧਾਰਾ ਜਿਸ ਤਰੀਕੇ ਨਾਲ ਭਾਸ਼ਾਈ ਧੁਨੀਆਂ ਦੇ ਉਚਾਰਨ ਵਿੱਚ ਸਹਾਇਕ ਹੁੰਦੀ ਹੈ ਉਸ ਨੂੰ ਪੌਣ ਧਾਰਾ ਵਿਧੀ ਦਾ ਨਾਮ ਦਿੱਤਾ ਜਾ ਸਕਦਾ ਹੈ। ਦੋਸਤੋ, ਇੱਥੇ ਪੌਣ ਧਾਰਾ ਵਿਧੀ ਕੀ ਹੁੰਦੀ ਹੈ, ਇਹ ਵੀ ਕਈ ਵਾਰੀ ਪ੍ਰਸ਼ਨ ਪੁੱਛ ਲਿਆ ਜਾਂਦਾ ਹੈ। ਤਾਂ ਉੱਤਰ ਆਵੇਗਾ ਪੌਣ ਧਾਰਾ ਜਿਸ ਤਰੀਕੇ ਨਾਲ ਭਾਸ਼ਾਈ ਧੁਨੀਆਂ ਦਾ ਉਚਾਰਨ ਵਿੱਚ ਸਹਾਇਕ ਸਿੱਧ ਹੁੰਦੀ ਹੈ ਤਾਂ ਉਸ ਨੂੰ ਵਿਧੀ ਜਾਂ ਢੰਗ ਜਾਂ ਪੌਣ ਧਾਰਾ ਵਿਧੀ ਕਿਹਾ ਜਾਂਦਾ ਹੈ। ਦੋਸਤੋ, ਫੇਫੜਿਆਂ ਵਿੱਚੋਂ ਉਤਪੰਨ ਹੋਈ ਵਾਯੂ ਧਾਰਾ ਦੀ ਪ੍ਰਤੀ ਯਾਤਰਾ ਬਾਹਰ ਵਰਤੀ ਹੁੰਦੀ ਹੈ।
ਇਸ ਲਈ ਇਸ ਪੌਣ ਧਾਰਾ ਵਿਧੀ ਨੂੰ ਬਾਹਰ ਵਰਤੀ ਪੌਣ ਧਾਰਾ ਵਿਧੀ ਵੀ ਆਖਿਆ ਜਾਂਦਾ ਹੈ। ਵਿਸ਼ਵ ਦੀਆਂ ਸਮੁੱਚੀਆਂ ਭਾਸ਼ਾਵਾਂ ਧੁਨੀਆਂ ਬਾਹਰ ਵਰਤੀ ਪੌਣ ਧਾਰਾ ਵਿਧੀ ਰਾਹੀਂ ਹੀ ਉਚਾਰੀਆਂ ਜਾਂਦੀਆਂ ਹਨ, ਪਰੰਤੂ ਭਾਰਤੀ ਭਾਸ਼ਾਵਾਂ ਵਿੱਚੋਂ ਸਿੰਧੀ ਇੱਕ ਅਜਿਹੀ ਭਾਸ਼ਾ ਹੈ ਜਿਸ ਵਿੱਚ ਧੁਨੀਆਂ ਦਾ ਇੱਕ ਵਰਗ ਹੈ ਜਿਸ ਦਾ ਉਚਾਰਨ ਅੰਦਰ ਵਰਤੀ ਪੌਣ ਧਾਰਾ ਵਿਧੀ ਰਾਹੀਂ ਕੀਤਾ ਜਾਂਦਾ ਹੈ। ਜਦੋਂ ਭਾਸ਼ਾਈ ਧੁਨੀਆਂ ਦੀ ਉਚਾਰਨ ਪ੍ਰਕਿਰਿਆ ਵਿੱਚ ਵਾਯੂ ਧਾਰਾ ਉਤਪੰਨ ਕਰਨ ਦਾ ਮੁੱਖ ਸਰੋਤ ਫੇਫੜੇ ਹੁੰਦੇ ਹਨ ਤਾਂ ਇਸ ਨੂੰ ਫੇਫੜਿਆਂ ਦੀ ਪੌਣ ਧਾਰਾ ਵਿਧੀ ਕਿਹਾ ਜਾਂਦਾ ਹੈ। ਵਿਸ਼ਵ ਦੀਆਂ ਬਹੁਤੀਆਂ ਭਾਸ਼ਾਵਾਂ ਵਿੱਚ ਭਾਸ਼ਾਈ ਧੁਨੀਆਂ ਦਾ ਉਚਾਰਨ ਫੇਫੜਿਆਂ ਦੀ ਪੌਣ ਧਾਰਾ ਵਿਧੀ ਰਾਹੀਂ ਹੀ ਕੀਤਾ ਜਾਂਦਾ ਹੈ। ਦੋਸਤੋ, ਕੰਠਯੁਕਤ ਧੁਨੀਆਂ ਦਾ ਉਚਾਰਨ ਫੇਫੜਿਆਂ ਦੀ ਪੌਣ ਧਾਰਾ ਵਿਧੀ ਤੇ ਆਧਾਰਿਤ ਨਾ ਹੋ ਕੇ ਕਿਸੇ ਹੋਰ ਸਰੋਤ ਤੇ ਆਧਾਰਿਤ ਹੁੰਦਾ ਹੈ, ਅਰਥਾਤ ਧੁਨੀ ਉਚਾਰਨ ਪੌਣ ਧਾਰਾ ਦੀ ਰੋਕ ਨਾਲ ਨਾ ਹੋ ਕੇ ਕਿਸੇ ਉਚਾਰਨ ਸਥਾਨ ਨਾਲ ਸੰਬੰਧਿਤ ਹੁੰਦਾ ਹੈ। ਇਹਨਾਂ ਪੌਣ ਧਾਰਾ ਵਿਧੀਆਂ ਨੂੰ ਸੁਰਯੰਤਰੀ ਪੌਣ ਧਾਰਾ ਵਿਧੀ ਤੇ ਕੋਮਲ ਤਾਲਵੀ ਪੌਣ ਧਾਰਾ ਵਿਧੀਆਂ ਦਾ ਨਾਮ ਵੀ ਦਿੱਤਾ ਜਾਂਦਾ ਹੈ। ਦੋਸਤੋ, ਜਦੋਂ ਭਾਸ਼ਾਈ ਧੁਨੀਆਂ ਦਾ ਉਚਾਰਨ ਨਾਦ ਤੰਤਰੀਆਂ ਦੇ ਵਿਚਕਾਰਲੀ ਵਿੱਥ ਤੇ ਆਧਾਰਿਤ ਹੁੰਦਾ ਹੈ ਜਾਂ ਧੁਨੀਆਂ ਦੇ ਉਚਾਰਨ ਦਾ ਸਰੋਤ ਨਾਦ ਤੰਤਰੀਆਂ ਦੀ ਕੰਬਾਹਟ ਹੁੰਦੀ ਹੈ ਤਾਂ ਉਚਾਰਿਤ ਧੁਨੀਆਂ ਸੁਰਯੰਤਰੀ ਪੌਣ ਧਾਰਾ ਵਿਧੀ ਨਾਲ ਸੰਬੰਧਿਤ ਹੁੰਦੀਆਂ ਹਨ। ਜਿਵੇਂ ਜਦੋਂ ਅਸੀਂ ਹਾਹਾ ਉਚਾਰਦੇ ਹਾਂ ਤਾਂ ਇਹ ਸੁਰਯੰਤਰੀ ਪੌਣ ਧਾਰਾ ਵਿਧੀ ਨਾਲ ਸੰਬੰਧਿਤ ਹੈ। ਦੋਸਤੋ, ਜਦੋਂ ਧੁਨੀਆਂ ਦੇ ਉਚਾਰਨ ਸਮੇਂ ਕੋਮਲ ਤਾਲਵੂ ਉਚਾਰਨ ਪ੍ਰਕਿਰਿਆ ਦਾ ਮੁੱਖ ਸਰੋਤ ਬਣਦਾ ਹੈ ਤਾਂ ਉਚਰਿਤ ਧੁਨੀਆਂ ਕੋਮਲ ਤਾਲਵੀ ਪੌਣ ਧਾਰਾ ਵਿਧੀ ਨਾਲ ਸੰਬੰਧਿਤ ਹੁੰਦੀਆਂ ਹਨ। ਇਸ ਪੌਣ ਧਾਰਾ ਵਿਧੀ ਰਾਹੀਂ ਉਚਰਿਤ ਧੁਨੀਆਂ ਵਿੱਚ ਬਹੁਤੀ ਵਾਰੀ ਕੱਕਾ ਜਾਂ ਅੰਗਰੇਜ਼ੀ ਵਿੱਚ ਕਿਊ ਵਰਗ ਦੀਆਂ ਧੁਨੀਆਂ ਸ਼ਾਮਲ ਹੁੰਦੀਆਂ ਹਨ। ਦੋਸਤੋ, ਇਹਨਾਂ ਦੀ ਵਰਤੋਂ ਅਰਬੀ ਫਾਰਸੀ ਭਾਸ਼ਾ ਵਿੱਚ ਆਮ ਕੀਤੀ ਜਾਂਦੀ ਹੈ। ਉਸ ਤੋਂ ਅਗਲੇ ਪਾਰਟ ਧੁਨੀ ਪ੍ਰਣਾਲੀ। ਧੁਨੀ ਪ੍ਰਣਾਲੀ ਵਿੱਚ ਮੁੱਖ ਰੂਪ ਵਿੱਚ ਕੰਠ ਪਠਾਰ ਅਤੇ ਨਾਦ ਤੰਤਰੀਆਂ ਧੁਨੀ ਉਚਾਰਨ ਪ੍ਰਕਿਰਿਆ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਦੋਸਤੋ, ਸਾਹ ਨਲੀ ਦੇ ਉੱਪਰਲੇ ਪਾਸੇ ਹੋਠਨੁਮਾ ਸ਼ਕਲ ਦੀਆਂ ਦੋ ਤੰਤਰੀਆਂ ਧਰਤਮੁਖ ਯਾਨੀ ਕਿ ਹੌਰੀਜ਼ੈਂਟਲੀ ਸ਼ਕਲ ਵਿੱਚ ਜੁੜੀਆਂ ਹੁੰਦੀਆਂ ਹਨ। ਇਹਨਾਂ ਤੰਤਰੀਆਂ ਨੂੰ ਨਾਦ ਤੰਤਰੀਆਂ ਜਾਂ ਵੋਕਲ ਕਾਰਡਸ ਵੀ ਕਿਹਾ ਜਾਂਦਾ ਹੈ। ਫੇਫੜਿਆਂ ਵਿੱਚੋਂ ਆਉਂਦੀ ਵਾਯੂ ਧਾਰਾ ਇਹਨਾਂ ਤੰਤਰੀਆਂ ਰਾਹੀਂ ਲੰਘ ਕੇ ਭਾਸ਼ਾਈ ਧੁਨੀਆਂ ਪੈਦਾ ਕਰਦੀ ਹੈ। ਨਾਦ ਤੰਤਰੀਆਂ ਭਿੰਨ ਭਿੰਨ ਪ੍ਰਸਥਿਤੀਆਂ ਵਿੱਚ ਵਿਚਰ ਕੇ ਭਾਸ਼ਾਈ ਧੁਨੀਆਂ ਦਾ ਉਚਾਰਨ ਕਰਦੀਆਂ ਹਨ। ਦੋਸਤੋ, ਹੁਣ ਅਸੀਂ ਦੇਖਾਂਗੇ ਕਿ ਨਾਦ ਤੰਤਰੀਆਂ ਦੀ ਜੋ ਸਥਿਤੀ ਹੈ ਉਸ ਦੇ ਆਧਾਰ ਤੇ ਕਿਹੜੀਆਂ-ਕਿਹੜੀਆਂ ਧੁਨੀਆਂ ਪੈਦਾ ਹੁੰਦੀਆਂ ਹਨ। ਇਸ ਦੇ ਵਿੱਚ ਜਦੋਂ ਨਾਦ ਤੰਤਰੀਆਂ ਦੇ ਦਰਮਿਆਨ ਦੀ ਵਿੱਥ ਸਾਹ ਲੈਣ ਦੀ ਪ੍ਰਕਿਰਿਆ ਦੇ ਸਮਾਨ ਅੰਤਰ ਹੋਵੇ ਤਾਂ ਉਸ ਸਥਿਤੀ ਵਿੱਚ ਉਤਪੰਨ ਭਾਸ਼ਾਈ ਧੁਨੀਆਂ ਨੂੰ ਅਘੋਸ਼ ਜਾਂ ਵੌਇਸਲੈਸ ਧੁਨੀਆਂ ਕਿਹਾ ਜਾਂਦਾ ਹੈ। ਦੋਸਤੋ, ਇਹ ਵੀ ਪ੍ਰਸ਼ਨ ਨੋਟ ਕਰ ਲਿਆ ਜਾਵੇ ਕਿ ਜਦੋਂ ਨਾਦ ਤੰਤਰੀਆਂ ਦੀ ਜਿਹੜੀ ਵਿੱਥ ਹੈ ਉਹ ਸਮਾਨ ਹੋਵੇ ਤਾਂ ਉਦੋਂ ਧੁਨੀਆਂ ਕਿਹੜੀਆਂ ਪੈਦਾ ਹੁੰਦੀਆਂ ਹਨ। ਉਸ ਦਾ ਆਨਸਰ ਆਵੇਗਾ ਅਘੋਸ਼ ਜਾਂ ਇਹਨਾਂ ਨੂੰ ਵੌਇਸਲੈਸ ਧੁਨੀਆਂ ਵੀ ਕਿਹਾ ਜਾਂਦਾ ਹੈ। ਜਦੋਂ ਨਾਦ ਤੰਤਰੀਆਂ ਦੇ ਦਰਮਿਆਨ ਦੀ ਵਿੱਥ ਨਾਮਾਂਤਰ ਦੇ ਸਮਾਨ ਹੋਵੇ, ਭਾਵ ਕਿ ਜਦੋਂ ਨਾਦ ਤੰਤਰੀਆਂ ਆਲਮੋਸਟ ਇੱਕ ਦੂਜੇ ਨਾਲ ਜੁੜੀਆਂ ਹੋਣ ਅਤੇ ਉਹਨਾਂ ਦੀ ਵਿੱਥ ਬਹੁਤ ਹੀ ਘੱਟ ਹੋਵੇ ਤਾਂ ਉਦੋਂ ਜਿਹੜੀਆਂ ਧੁਨੀਆਂ ਪੈਦਾ ਹੁੰਦੀਆਂ ਹਨ ਤਾਂ ਉਹਨਾਂ ਨੂੰ ਸਘੋਸ਼ ਜਾਂ ਵੌਇਸਡ ਧੁਨੀਆਂ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਜਦੋਂ ਨਾਦ ਤੰਤਰੀਆਂ ਵਿੱਚ ਇੱਕ ਦੂਜੇ ਨਾਲ ਮੁਕੰਮਲ ਜੁੜੀਆਂ ਹੁੰਦੀਆਂ ਹਨ ਅਤੇ ਫੇਫੜਿਆਂ ਵਿੱਚੋਂ ਆਉਂਦੀ ਵਾਯੂ ਧਾਰਾ ਦਬਾਅ ਸਦਕਾ ਉਹਨਾਂ ਵਿੱਚੋਂ ਲੰਘਦੀ ਹੈ ਤਾਂ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਸੁਰਯੰਤਰੀ ਧੁਨੀਆਂ ਕਿਹਾ ਜਾਂਦਾ ਹੈ, ਜਿਵੇਂ ਹਾਹਾ। ਦੋਸਤੋ, ਇਸ ਤੋਂ ਬਾਅਦ ਇਸ ਦੇ ਅਗਲੇ ਪਾਰਟ ਉਚਾਰਨ ਪ੍ਰਣਾਲੀ ਦਾ ਜ਼ਿਕਰ ਕਰਦੇ ਹਾਂ। ਦੋਸਤੋ, ਉਚਾਰਨ ਪ੍ਰਣਾਲੀ ਵਿੱਚ ਕੰਠ ਪਠਾਰ ਤੋਂ ਉੱਪਰਲੇ ਅੰਗਾਂ ਦਾ ਜ਼ਿਕਰ ਆਉਂਦਾ ਹੈ। ਇਹਨਾਂ ਉਚਾਰਨ ਅੰਗਾਂ ਵਿੱਚ ਬੁੱਲ, ਦੰਦ, ਪਠਾਰ, ਸਖਤ ਤਾਲੂ, ਕੋਮਲ ਤਾਲੂ, ਕਾਕਲ ਅਤੇ ਜੀਭ ਆਦਿ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕੰਠ ਪਠਾਰ ਤੋਂ ਲੈ ਕੇ ਬੁੱਲਾਂ ਤੱਕ ਦੇ ਉਚਾਰਨ ਪੋਲ ਨੂੰ ਕੰਠ ਮਾਰਗ ਵੀ ਕਿਹਾ ਜਾਂਦਾ ਹੈ। ਦੋਸਤੋ, ਹੁਣ ਅਸੀਂ ਉਚਾਰਨ ਅੰਗਾਂ ਦੇ ਬਾਰੇ ਥੋੜਾ ਬਹੁਤਾ ਜਾਣਾਂਗੇ ਕਿ ਕਿਸ ਉਚਾਰਨ ਅੰਗ ਤੋਂ ਕਿਹੜੀਆਂ-ਕਿਹੜੀਆਂ ਧੁਨੀਆਂ ਨੇ ਉਹ ਜੋ ਪੈਦਾ ਹੁੰਦੀਆਂ ਹਨ। ਸੋ ਦੋਸਤੋ, ਸਭ ਤੋਂ ਪਹਿਲਾਂ ਬੁੱਲ। ਜਦੋਂ ਫੇਫੜਿਆਂ ਵਿੱਚੋਂ ਆਉਂਦੀ ਵਾਯੂ ਧਾਰਾ ਨੂੰ ਬੁੱਲਾਂ ਦੇ ਉਚਾਰਨ ਸਥਾਨ ਤੇ ਰੋਕ ਕੇ ਭਾਸ਼ਾਈ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ ਤਾਂ ਉਹਨਾਂ ਧੁਨੀਆਂ ਨੂੰ ਹੋਠੀ ਜਾਂ ਬੁੱਲਾਂ ਵਾਲੀਆਂ ਧੁਨੀਆਂ ਕਿਹਾ ਜਾਂਦਾ ਹੈ, ਜਿਵੇਂ ਪੱਪਾ, ਫੱਫਾ, ਬੱਬਾ। ਦੋਸਤੋ, ਤੁਸੀਂ ਉਚਾਰ ਕੇ ਵੀ ਦੇਖ ਸਕਦੇ ਹੋ, ਜਦੋਂ ਅਸੀਂ ਪੱਪਾ, ਫੱਫਾ, ਬੱਬਾ ਉਚਾਰਾਂਗੇ
ਤਾਂ ਸਾਡੇ ਦੋਵੇਂ ਜਿਹੜੇ ਬੁੱਲ ਨੇ ਉਹ ਦੂਸਰੇ ਨਾਲ ਮੁਕੰਮਲ ਤੌਰ ਤੇ ਜੁੜ ਜਾਂਦੇ ਹਨ। ਉਸ ਤੋਂ ਅਗਲਾ ਹੈ ਦੰਦ। ਜਦੋਂ ਫੇਫੜਿਆਂ ਵਿੱਚੋਂ ਆਉਂਦੀ ਵਾਯੂਧਾਰਾ ਨੂੰ ਦੰਦਾਂ ਦੇ ਉਚਾਰਨ ਸਥਾਨ ਤੇ ਰੋਕ ਕੇ ਭਾਸ਼ਾਈ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ ਤਾਂ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਦੰਤੀ ਧੁਨੀਆਂ ਆਖਿਆ ਜਾਂਦਾ ਹੈ, ਜਿਵੇਂ ਤੱਤਾ, ਥੱਥਾ ਆਦਿ। ਉਸ ਤੋਂ ਬਾਅਦ ਦੰਦ ਪਠਾਰ। ਦੰਦਾਂ ਦੇ ਪਿਛਲੇ ਪਾਸੇ ਨੂੰ ਜੋ ਦੰਦਾਂ ਤੋਂ ਉੱਪਰਲਾ ਹਿੱਸਾ ਹੁੰਦਾ ਹੈ ਨੂੰ ਦੰਦ ਪਠਾਰ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿੱਚ ਜਦੋਂ ਅਸੀਂ ਟੀ ਅਤੇ ਡੀ ਬੋਲਦੇ ਹਾਂ ਅਤੇ ਪੰਜਾਬੀ ਵਿੱਚ ਲੱਲਾ ਅਤੇ ਸੱਸਾ ਬੋਲਦੇ ਹਾਂ ਤਾਂ ਇਹ ਧੁਨੀਆਂ ਦੰਦ ਪਠਾਰ ਤੋਂ ਸਥਾਨ ਤੋਂ ਉਚਰਿਤ ਹੁੰਦੀਆਂ ਹਨ। ਉਸ ਤੋਂ ਅਗਲਾ ਹੈ ਸਖਤ ਤਾਲੂ। ਦੰਦ ਪਠਾਰ ਦੇ ਤੁਰੰਤ ਪਿਛਲੇ ਹਿੱਸੇ ਨੂੰ ਸਖਤ ਤਾਲੂ ਕਿਹਾ ਜਾਂਦਾ ਹੈ। ਇਸ ਦੁਆਰਾ ਅਸੀਂ ਚੱਚਾ, ਛੱਛਾ ਅਤੇ ਜੱਜਾ ਵਰਗੀਆਂ ਧੁਨੀਆਂ ਉਤਪੰਨ ਕਰਦੇ ਹਾਂ। ਉਸ ਤੋਂ ਬਾਅਦ ਹੈ ਕੋਮਲ ਤਾਲੂ। ਸਖਤ ਤਾਲੂ ਅਤੇ ਕਾਕਲ ਦੇ ਵਿਚਕਾਰਲੇ ਹਿੱਸੇ ਨੂੰ ਕੋਮਲ ਤਾਲੂ ਕਿਹਾ ਜਾਂਦਾ ਹੈ। ਇਸ ਤੋਂ ਅਸੀਂ ਕੱਕਾ, ਖੱਖਾ ਅਤੇ ਗੱਗਾ ਵਰਗੀਆਂ ਧੁਨੀਆਂ ਨੂੰ ਉਚਾਰਦੇ ਹਾਂ। ਉਸ ਤੋਂ ਬਾਅਦ ਦੋਸਤੋ ਆਉਂਦੀ ਹੈ ਕਾਕਲ। ਤਾਲੂ ਦੇ ਬਿਲਕੁਲ ਅਖੀਰਲੇ ਹਿੱਸੇ ਨੂੰ ਕਾਕਲ ਕਿਹਾ ਜਾਂਦਾ ਹੈ। ਭਾਰਤੀ ਆਰਿਆਈ ਪਰਿਵਾਰ ਦੀਆਂ ਬਹੁਤ ਘੱਟ ਧੁਨੀਆਂ ਇਸ ਉਚਾਰਨ ਸਥਾਨ ਤੋਂ ਉਚਾਰੀਆਂ ਜਾਂਦੀਆਂ ਹਨ, ਪਰ ਈਰਾਨੀ ਪਰਿਵਾਰ ਵਿੱਚ ਗਰੀਬ ਅਤੇ ਕੌਮ ਜਦੋਂ ਆਪਾਂ ਬੋਲਦੇ ਹਾਂ ਤਾਂ ਇਹ ਧੁਨੀਆਂ ਇਸੇ ਸਥਾਨ ਤੋਂ ਉਚਰਿਤ ਹੁੰਦੀਆਂ ਹਨ। ਜਾਂ ਅਸੀਂ ਉਦਾਹਰਨ ਲੈ ਸਕਦੇ ਹਾਂ ਅੰਗਰੇਜ਼ੀ ਦੇ ਸ਼ਬਦ ਕਾਲ ਦੀ, ਜਾਂ ਜਦੋਂ ਅਸੀਂ ਕਾਲ ਸ਼ਬਦ ਬੋਲਦੇ ਹਾਂ ਤਾਂ ਕਾਕਲ ਤੋਂ ਹੀ ਇਸ ਦੀ ਧੁਨੀ ਉਤਪੰਨ ਹੁੰਦੀ ਹੈ। ਦੋਸਤੋ ਉਸ ਤੋਂ ਬਾਅਦ ਆਉਂਦਾ ਹੈ ਉਚਾਰਨ ਅੰਗ ਜੀਭ। ਉਚਾਰਨ ਦ੍ਰਿਸ਼ਟੀ ਤੋਂ ਜੀਭ ਰਾਹੀਂ ਉਚਰਿਤ ਧੁਨੀਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਜੀਭ ਦੇ ਅਗਲੇ ਹਿੱਸੇ ਰਾਹੀਂ ਦੰਤੀ ਅਤੇ ਦੰਦ ਪਠਾਰੀ ਧੁਨੀਆਂ ਦਾ ਉਤਪੰਨ ਹੁੰਦਾ ਹੈ। ਵਿਚਕਾਰਲੇ ਹਿੱਸੇ ਰਾਹੀਂ ਤਾਲਵੀ ਅਤੇ ਜੀਭ ਦੇ ਪਿਛਲੇ ਹਿੱਸੇ ਰਾਹੀਂ ਕੰਠੀ ਜਾਂ ਕੋਮਲ ਤਾਲਵੀ ਧੁਨੀਆਂ ਉਚਰਿਤ ਹੁੰਦੀਆਂ ਹਨ। ਦੋਸਤੋ ਹੁਣ ਗੱਲ ਆਉਂਦੀ ਹੈ ਕਿ ਚੁਸਤ ਅਤੇ ਸੁਸਤ ਉਚਾਰਨ ਅੰਗ ਕਿਹੜੇ ਹਨ। ਇਹ ਬਹੁਤੀ ਵਾਰ ਪ੍ਰਸ਼ਨ ਵੀ ਬਣ ਜਾਂਦਾ ਹੈ ਕਿ ਇਹਨਾਂ ਵਿੱਚੋਂ ਚੁਣੋ ਕਿ ਕਿਹੜਾ ਚੁਸਤ ਅੰਗ ਹੈ ਤੇ ਕਿਹੜਾ ਸੁਸਤ ਅੰਗ ਹੈ। ਉਚਾਰਨ ਦੌਰਾਨ ਜਿਹੜੇ ਉਚਾਰਨ ਅੰਗ ਕਿਸੇ ਦੂਸਰੇ ਉਚਾਰਨ ਅੰਗ ਨਾਲ ਜਿਸ ਜਗ੍ਹਾ ਤੇ ਸਪਰਸ਼ ਸਥਾਪਿਤ ਕਰਦੇ ਹਨ ਉਹਨਾਂ ਨੂੰ ਚੁਸਤ ਉਚਾਰਨ ਅੰਗ ਆਖਦੇ ਹਨ, ਅਤੇ ਜਿਸ ਦੇ ਨਾਲ ਸਪਰਸ਼ ਕਰਦੇ ਹਨ ਉਸ ਨੂੰ ਸੁਸਤ ਉਚਾਰਨ ਅੰਗ ਆਖਿਆ ਜਾਂਦਾ ਹੈ। ਮੂੰਹ ਪੋਲ ਦਾ ਉੱਪਰਲਾ ਹਿੱਸਾ ਅਰਥਾਤ ਉੱਪਰਲੇ ਦੰਦ ਪਠਾਰ ਕੋਮਲ ਤਾਲੂ ਸੁਸਤ ਉਚਾਰਨ ਅੰਗ ਹਨ, ਅਤੇ ਮੂੰਹ ਪੋਲ ਦਾ ਹੇਠਲਾ ਹਿੱਸਾ ਬੁੱਲ, ਦੰਦ ਅਤੇ ਜੀਭ ਚੁਸਤ ਉਚਾਰਨ ਅੰਗ ਵਿੱਚ ਆਉਂਦੇ ਹਨ। ਦੋਸਤੋ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਇਹ ਉੱਪਰਲੇ ਧੁਨੀ ਵਿਗਿਆਨ ਤੋਂ ਚਰਚਾ ਤੋਂ ਬਾਅਦ ਕਿ ਧੁਨੀਆਂ ਦਾ ਜੋ ਵਰਗੀਕਰਨ ਹੈ ਉਹ ਕਿਹਨਾਂ ਦੇ ਆਧਾਰ ਤੇ ਕਿਵੇਂ ਹੁੰਦਾ ਹੈ। ਦੋਸਤੋ ਭਾਸ਼ਾਈ ਧੁਨੀਆਂ ਨੂੰ ਬਣਤਰ ਦੇ ਆਧਾਰ ਤੇ ਖੰਡੀ ਅਤੇ ਅਖੰਡੀ ਧੁਨੀਆਂ ਵਿੱਚ ਵੰਡਿਆ ਜਾਂਦਾ ਹੈ, ਅਤੇ ਉਚਾਰਨ ਦੀ ਦ੍ਰਿਸ਼ਟੀ ਤੋਂ ਸਵਰ ਅਤੇ ਵਿਅੰਜਨਾਂ ਵਿੱਚ ਵੰਡਿਆ ਜਾਂਦਾ ਹੈ, ਜਿਨ੍ਹਾਂ ਬਾਰੇ ਅਸੀਂ ਆਉਣ ਵਾਲੇ ਲੈਕਚਰਾਂ ਵਿੱਚ ਮੁਕੰਮਲ ਚਰਚਾ ਕਰਾਂਗੇ। ਸੋ ਦੋਸਤੋ ਇਹ ਸੀ ਧੁਨੀ ਵਿਗਿਆਨ। ਉਮੀਦ ਕਰਦੇ ਹਾਂ ਅੱਜ ਦਾ ਇਹ ਲੈਕਚਰ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਦੇ ਹੋਰ ਲੈਕਚਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਸਾਹਿਤ ਸੰਸਾਰ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾ ਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰੋ। ਧੰਨਵਾਦ।